ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਚੈਪਟਰ 9 ਕੌਨਗਰੂਐਂਸ ਆਫ ਟ੍ਰਾਇੰਗਲਸ। ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਸਟੂਡੈਂਟਸ ਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਫੀਸ ਡਿਪੋਜ਼ਿਟ ਨਹੀਂ ਕਰਵਾਈ ਉਹ ਪਲੀਜ਼ ਸਕੂਲ ਆ ਕੇ ਫੀਸ ਆਪਣੀ ਡਿਪੋਜ਼ਿਟ ਕਰਵਾ ਦੇਣ, ਠੀਕ ਹੈ, ਤਾਂ ਕਿ ਤੁਹਾਨੂੰ ਫਰਦਰ ਪੇਪਰਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਠੀਕ ਹੈ। ਓਕੇ, ਸੋ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੌਨਗਰੂਐਂਸ ਦੇ ਬਾਰੇ ਵਿੱਚ ਥੋੜ੍ਹਾ ਜਿਹਾ ਦੇਖਾਂਗੇ ਕਿ ਹੁੰਦਾ ਕੀ ਹੈ, ਠੀਕ ਹੈ। ਸੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ। ਦੇਖੋ ਇੰਟਰੋਡਕਸ਼ਨ ਦੇ ਵਿੱਚ ਕੀ ਕਿਹਾ ਹੋਇਆ, ਵੀ ਟੇਕ ਟੂ ਰਿਵੈਨਿਊ ਸਟੈਂਪਸ ਆਫ ਦ ਸੇਮ ਡਿਨੋਮੀਨੇਸ਼ਨਸ ਐਂਡ ਪਲੇਸ ਵਨ ਸਟੈਂਪ ਓਵਰ ਦਾ ਅਦਰ। ਕਹਿੰਦੇ ਕਿ ਜੇ ਟੂ ਰਿਵੈਨਿਊ ਸਟੈਂਪਸ ਲਈਆਂ ਆ, ਠੀਕ ਹੈ, ਸੇਮ ਉਹਨਾਂ ਦਾ ਡੀਨੋਮੀਨੇਸ਼ਨ ਆ, ਠੀਕ ਹੈ। ਜੇਕਰ ਉਹ ਕਹਿੰਦੇ ਉਹਨੂੰ ਪਲੇਸ ਕਰਦੇ ਹਾਂ, ਆਪਾਂ ਲਗਾਉਂਦੇ ਹਾਂ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਦੈਨ ਉਹਦਾ ਜਿਹੜਾ ਉਹਨਾਂ ਦੀ ਜਿਹੜੀ ਮਤਲਬ ਸਾਈਜ਼ ਆ ਉਹ ਸੇਮ ਹੀ ਆਏਗਾ। ਜਿੱਦਾਂ ਹੁਣ ਆਪਾਂ ਕੋਈ ਵੀ ਸਟੈਂਪ ਲੈ ਲੈਂਦੇ ਹਾਂ, ਦੈਨ ਜੇਕਰ ਆਪਾਂ ਉਹਨੂੰ ਕਿਸੇ ਦੂਸਰੀ ਜਗ੍ਹਾ 'ਤੇ ਲਗਾਉਂਦੇ ਹਾਂ, ਦੈਨ ਉਹਦੀ ਜਿਹੜੀ ਸ਼ੇਪ ਆ, ਉਹਦਾ ਸਾਈਜ਼ ਆ, ਉਹ ਸੇਮ ਹੀ ਆਏਗਾ। ਦੇਖੋ ਜੇ ਵੀ ਅਬਜ਼ਰਵ ਦੈਟ ਵਨ ਸਟੈਂਪ ਕਵਰ ਦਾ ਅਦਰ ਕੰਪਲੀਟਲੀ ਐਂਡ ਐਗਜ਼ੈਕਟਲੀ, ਮਤਲਬ ਇੱਕ ਸਟੈਂਪ ਜਿਹੜੀ ਆ ਉਹ ਦੂਸਰੀ ਸਟੈਂਪ ਨੂੰ ਚੰਗੀ ਤਰ੍ਹਾਂ ਕੰਪਲੀਟਲੀ ਦੱਸ ਸਕਦੀ ਹੈ, ਠੀਕ ਹੈ, ਔਰ ਐਗਜ਼ੈਕਟਲੀ ਦੱਸਦੀ ਹੈ। ਸੋ ਇਟ ਮੀਨਸ ਬੋਥ ਦਾ ਰਿਵੈਨਿਊ ਸਟੈਂਪਸ ਆਰ ਆਫ ਸੇਮ ਸ਼ੇਪ ਐਂਡ ਸੇਮ ਸਾਈਜ਼। ਸੋ ਆਪਾਂ ਕਹਿ ਸਕਦੇ ਹਾਂ ਕਿ ਦੋਨੇ ਸਟੈਂਪਸ ਕੀ ਆ, ਸੇਮ ਸਾਈਜ਼ ਦੀਆਂ ਅਤੇ ਸੇਮ ਸ਼ੇਪ ਦੀਆਂ। ਸੱਚ ਆਬਜੈਕਟਸ ਨੂੰ ਆਪਾਂ ਕੀ ਬੋਲਦੇ ਹਾਂ, ਕੌਨਗਰੂਐਂਟਸ, ਠੀਕ ਹੈ। ਸੋ ਇੱਦਾਂ ਦੀਆਂ ਆਪਾਂ ਜਿਹੜੀਆਂ ਆਬਜੈਕਟਸ ਹਨ ਕੌਨਗਰੂਐਂਟਸ ਬੋਲਦੇ ਹਾਂ। ਜਿੱਦਾਂ ਹੁਣ ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਟੂ ਕੀਜ਼ ਆ, ਟੂ ਕੀਜ਼ ਆਫ ਆ ਸੇਮ ਲੌਕ। ਦੋ ਕੀਜ਼ ਆ, ਇੱਕ ਹੀ ਮਤਲਬ ਲੌਕ ਦੀਆਂ ਦੋ ਕੀਜ਼ ਆ, ਦੋਨੇ ਕੀਜ਼ ਕੀ ਆ, ਸੇਮ ਆ। ਦੇਖੋ ਇਹਨਾਂ ਦਾ ਸਾਈਜ਼ ਔਰ ਸ਼ੇਪ ਜਿਹੜੀ ਆ ਉਹ ਸੇਮ ਆ। ਸੋ ਇਹਨੂੰ ਕੀ ਕਹਿ ਸਕਦੇ ਹਾਂ ਆਪਾਂ, ਕੌਨਗਰੂਐਂਟ ਕਹਿ ਸਕਦੇ ਹਾਂ ਕਿ ਇਹ ਕੀ ਆਪਸ ਦੇ ਵਿੱਚ ਕੌਨਗਰੂਐਂਟ ਆ, ਸੇਮ ਆ, ਠੀਕ ਹੈ। ਸੋ ਜਿੱਦਾਂ ਹੁਣ ਇੱਕ ਹੋਰ ਐਗਜ਼ਾਮਪਲ ਦੇਖੋ, ਟੂ ਲਾਈਨਸ ਲਈਆਂ ਹੋਈਆਂ, ਇੱਕ ਏ ਬੀ ਇੱਕ ਸੀ ਡੀ, ਠੀਕ ਹੈ। ਏ ਬੀ ਔਰ ਸੀ ਡੀ ਟੂ ਲਾਈਨਸ ਲਈਆਂ। ਏ ਬੀ ਦੀ ਲੈਂਥ 5 ਸੈਂਟੀਮੀਟਰ ਹੈ ਔਰ ਸੀ ਡੀ ਦੀ ਲਾਈਨ ਵੀ 5 ਸੈਂਟੀਮੀਟਰ ਹੈ। ਦੋਨੋਂ ਲਾਈਨਸ ਕੀ ਆ, ਸੇਮ ਆ। ਸੋ ਇਹਨੂੰ ਆਪਾਂ ਬੋਲ ਸਕਦੇ ਹਾਂ ਕਿ ਇਹ ਕੀ ਆ, ਕੌਨਗਰੂਐਂਟ ਆ, ਕਿਉਂਕਿ ਇਹਨਾਂ ਦੀ ਸ਼ੇਪ ਔਰ ਸਾਈਜ਼ ਕੀ ਆ, ਸੇਮ ਆ, ਠੀਕ ਹੈ। ਸੋ ਹੁਣ ਇਹਦੇ ਨਾਲ ਦੇ ਆਪਾਂ ਰਿਲੇਟਡ ਸਮ ਜਿਹੜੇ ਆ ਉਹ ਕਰਾਂਗੇ, ਠੀਕ ਹੈ। ਦੇਖੋ exercise 9.1 ਫਸਟ ਸਮ ਦੇਖੋ, from the parts of figures given below find out the methods of superpositions, which of them are congruents। pairs of figures ਦਿੱਤੀਆਂ ਹੋਈਆਂ ਹੈ ਦੋ, ਠੀਕ ਹੈ। ਆਪਾਂ ਫਾਈਂਡ ਕਰਨਾ ਹੈ ਕਿ ਕਿਹੜੇ ਕੌਨਗਰੂਐਂਟ ਆ ਔਰ ਕਿਹੜੇ ਕੌਨਗਰੂਐਂਟ ਨਹੀਂ ਹੈਗੇ। ਕੌਨਗਰੂਐਂਟ ਦੇ ਵਿੱਚ ਸਾਈਜ਼ ਔਰ ਸ਼ੇਪ ਕੀ ਹੁੰਦੀ ਆ, ਸੇਮ ਹੁੰਦੀ ਆ, ਠੀਕ ਹੈ। ਸੋ ਪਹਿਲੇ ਦੇ ਵਿੱਚ ਤੁਸੀਂ ਦੇਖੋ ਕੌਨਗਰੂਐਂਟਸ ਜਿਹੜੀ ਇਹ ਸ਼ੇਪ ਜਿਹੜੀ ਆ ਦੋਨੇ ਸੇਮ ਨਹੀਂ ਹੈਗੀਆਂ, ਠੀਕ ਹੈ। ਇਹਨਾਂ ਦਾ ਜਿਹੜਾ ਸਾਈਜ਼ ਆ ਉਹ ਭਾਵੇਂ ਸੇਮ ਆ, ਬਟ ਇਹਨਾਂ ਦੀ ਸ਼ੇਪ ਜਿਹੜੀ ਆ ਉਹ ਅਲੱਗ ਆ। ਸੋ ਇਹਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਕੀ ਆ, ਕੌਨਗਰੂਐਂਟ ਨਹੀਂ ਹੈਗੀ। ਇਹਨੂੰ ਤੁਸੀਂ ਇਸ ਤਰ੍ਹਾਂ ਕਰਨਾ ਹੈ, ਇਹਦਾ ਨਾਮ ਰੱਖ ਲੈਣਾ ਏ ਔਰ ਇਹਦਾ ਨਾਮ ਰੱਖ ਲਿਓ ਬੀ, ਠੀਕ ਹੈ। ਏ ਔਰ ਬੀ ਰੱਖ ਕੇ ਨਾਮ ਇਹਨੂੰ ਤੁਸੀਂ ਇੱਦਾਂ ਆਪਣੀ ਜਿਹੜੀ ਨੋਟਬੁੱਕ ਹੈ 'ਤੇ ਉਤਾਰਨਾ ਹੈ। ਉਸ ਤੋਂ ਬਾਅਦ ਇਹਦੇ ਨੀਚੇ ਆਂਸਰ ਲਿਖ ਲੈਣਾ, ਏ ਇਜ਼ ਨੋਟ ਕੌਨਗਰੂਐਂਟ ਟੂ ਬੀ, ਕੌਨਗਰੂਐਂਟ ਟੂ ਬੀ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਤੁਸੀਂ ਲਿਖ ਲੈਣਾ, ਠੀਕ ਹੈ। ਮੈਂ ਸਿਰਫ ਟੈਂਪਰੇਰੀ ਤੁਹਾਨੂੰ ਦੱਸ ਦਿੱਤਾ ਹੈ। ਸੈਕਿੰਡ ਸ਼ੇਪ ਵੀ ਦੇਖੋ, ਇਹ ਵੀ ਦੋਨੋਂ ਕੀ ਆ, ਸੇਮ ਨਹੀਂ ਹੈਗੀ। ਇਹਦੇ ਵਿੱਚ ਵੀ ਤੁਸੀਂ ਇਹਨੂੰ ਨਾਮ ਦੇ ਲੈਣਾ ਏ ਔਰ ਬੀ। ਇਹ ਵੀ ਕੀ ਹੈ, ਇੱਕ ਦੂਜੇ ਦੇ ਕੌਨਗਰੂਐਂਟ ਨਹੀਂ ਹੈਗੀ। ਏ ਇਜ਼ ਨੋਟ ਕੌਨਗਰੂਐਂਟ ਟੂ ਬੀ, ਠੀਕ ਹੈ। ਇਸੇ ਤਰ੍ਹਾਂ ਨੈਕਸਟ ਜਿਹੜਾ ਥਰਡ ਸਮ ਆ, ਇਹਦੇ ਵਿੱਚ ਐਮ ਦੀ ਸ਼ੇਪ ਬਣੀ ਹੋਈ ਆ, ਠੀਕ ਹੈ। ਸੋ ਦੋਨੋਂ ਸੇਮ ਸਾਈਜ਼ ਔਰ ਸ਼ੇਪ ਦੀਆਂ ਹੈ, ਦੋਨੋਂ ਸਾਈਜ਼ ਔਰ ਸ਼ੇਪ ਦੋਨਾਂ ਦੀ ਕੀ ਆ, ਸੇਮ ਆ। ਸੋ ਇਹਦੇ ਲਈ ਤੁਸੀਂ ਕੀ ਕਹਿ ਦੇਣਾ, ਇਹਨੂੰ ਵੀ ਨਾਮ ਤੁਸੀਂ ਏ ਦੇ ਦੇਣਾ ਹੈ, ਇਹਨੂੰ ਵੀ ਨਾਮ ਤੁਸੀਂ ਬੀ ਦੇ ਦੇਣਾ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਲਿਖਣਾ ਆ ਏ ਇਜ਼, ਇੱਦਾਂ ਲਿਖਣਾ ਤੁਸੀਂ ਇਹਦੇ ਲਈ। ਇਹਦਾ ਜਿਹੜਾ ਕੌਨਗਰੂਐਂਟ ਦਾ ਸਾਈਜ਼ ਆ ਉਹ ਇਸ ਤਰ੍ਹਾਂ ਦਾ ਹੁੰਦਾ, ਦੇਖ ਲਓ। ਇਹਦਾ ਜਿਹੜਾ ਸਾਈਜ਼ ਨਿਸ਼ਾਨ ਆ ਕੌਨਗਰੂਐਂਟ ਦਾ ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਜੇ ਦੋਨੇ ਸਾਈਜ਼ ਔਰ ਸ਼ੇਪ ਦੋਨਾਂ ਦੀ ਸੇਮ ਆ, ਦੈਨ ਤੁਸੀਂ ਉਹਦੇ ਲਈ ਏ ਵਾਲੀ ਲਾਈਨ ਲਿਖਣੀ ਹੈ, ਏ ਇਜ਼ ਕੌਨਗਰੂਐਂਟ ਟੂ ਬੀ ਐਜ਼ ਕਵਰਸ ਬੀ ਕੰਪਲੀਟਲੀ ਐਂਡ ਐਗਜ਼ੈਕਟਲੀ, ਕਿਉਂਕਿ ਦੋਨਾਂ ਦੀ ਸ਼ੇਪ ਕੀ ਆ, ਸੇਮ ਆ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਅਗਲੇ ਸਮ ਦੇ ਵਿੱਚ ਵੀ ਇਹਨੂੰ ਏ ਔਰ ਬੀ ਨਾਮ ਦੇ ਦੇਣਾ ਹੈ। ਦੋਨਾਂ ਦੀ ਜਿਹੜੀ ਸ਼ੇਪ ਆ ਔਰ ਸਾਈਜ਼ ਆ ਸੇਮ ਆ, ਉਹਦੇ ਲਈ ਵੀ ਤੁਸੀਂ ਇਹੀ ਜਿਹੜੀ ਆ ਲਾਈਨ ਯੂਜ਼ ਕਰ ਲੈਣੀ। ਮਤਲਬ ਕਿ ਆਨਸਰ ਜਿਹੜਾ ਦੋ ਲਾਈਨਾਂ ਦਾ ਹੀ ਆ, ਠੀਕ ਹੈ। ਜੇ ਤਾਂ ਸੇਮ ਆ ਦੈਨ ਉਹਦੇ ਲਈ ਸਾਰਿਆਂ ਦੇ ਲਈ ਇਹ ਲਾਈਨ ਹੀ ਯੂਜ਼ ਹੋਣੀ ਆ। ਜੇ ਸੇਮ ਨਹੀਂ ਹੈਗੀ ਦੈਨ ਤੁਸੀਂ ਇਹ ਵਾਲੀ ਲਾਈਨ ਜੋ ਮੈਂ ਤੁਹਾਨੂੰ ਲਿਖਾਈ ਸੀਗੀ, ਏ ਇਜ਼ ਨੋਟ ਕੌਨਗਰੂਐਂਟ ਟੂ ਬੀ, ਬਸ ਇਹ ਲਿਖ ਦੇਣੀ ਹੈ, ਠੀਕ ਹੈ। ਇਸੇ ਤਰ੍ਹਾਂ ਫਿਫਥ ਸਮ ਦੇ ਵਿੱਚ ਵੀ ਇਹਦਾ ਨਾਮ ਏ ਲੈ ਲੈਣਾ, ਇਹਦਾ ਬੀ ਲੈ ਲੈਣਾ, ਠੀਕ ਹੈ। ਦੋਨੇ ਕੀ ਆ, ਸੇਮ। ਸੋ ਇਹਦੇ ਲਈ ਵੀ ਆਨਸਰ ਤੁਸੀਂ ਇਹੀ ਲਿਖ ਲੈਣਾ। ਨੈਕਸਟ ਜਿਹੜਾ ਸਿਕਸ ਸਮ ਹੈ, ਇਹਦੇ ਵਿੱਚ ਦੇਖੋ ਜਿਹੜੀ ਸ਼ੇਪ ਆ ਉਹ ਅਲੱਗ-ਅਲੱਗ ਆ। ਸੋ ਇਹ ਜਿਹੜਾ ਆ ਇਹ ਕੌਨਗਰੂਐਂਟ ਨਹੀਂ ਹੈਗਾ, ਕਲੀਅਰ। ਇਹ ਸੀਗਾ ਫਸਟ ਪਾਰਟ। ਸੋ ਸੈਕਿੰਡ ਪਾਰਟ ਦੇਖੋ, ਹੁਣ ਡਿਸਕਸ ਕਰਾਂਗੇ ਆਪਾਂ। ਫਰੋਮ ਦਾ ਪੇਅਰਸ ਆਫ ਫਿਗਰਸ ਗਿਵਨ ਬਿਲੋ ਫਾਈਂਡ ਆਊਟ ਵਿਚ ਆਫ ਦੈਮ ਆਰ ਕੌਨਗਰੂਐਂਟਸ।
ਆਪਣੇ ਕੋਲ ਫਿਗਰਸ ਦਿੱਤੀਆਂ ਹੋਈਆਂ ਹੈ, ਪਤਾ ਕਰਨੀਆਂ ਕਿ ਕਿਹੜੀਆਂ ਕੌਨਗਰੈਂਟ ਹੈਗੀਆਂ ਹੈ। ਇਹਦੇ ਲਈ ਵੀ ਇਹੀ 2 ਲਾਈਨਾਂ ਦੇ ਵਿੱਚ ਆਪਾਂ ਆਨਸਰ ਦੇਣਾ ਹੈ। ਹੈਗੀਆਂ ਦੈਨ ਠੀਕ ਹੈ। ਦੇਖੋ ਪਹਿਲਾਂ ਹੈਗੀ ਹੈ ਏ ਬੀ ਲਾਈਨ ਇੱਕ, ਉਸ ਤੋਂ ਬਾਅਦ ਸੀ ਡੀ ਲਾਈਨ ਹੈਗੀ ਹੈ। ਏ ਬੀ ਦੀ ਲੈਂਥ ਕਿੰਨੀ ਹੈ 5 ਸੈਂਟੀਮੀਟਰ ਔਰ ਸੀ ਡੀ ਦੀ ਲਾਈਨ ਕਿੰਨੀ ਹੈ 7 ਸੈਂਟੀਮੀਟਰ। ਦੋਨੇ ਆਪਸ ਦੇ ਵਿੱਚ ਕੀ ਆ ਕੌਨਗਰੈਂਟ ਨਹੀਂ ਹੈਗੀਆਂ। ਸੋ ਤੁਸੀਂ ਇਹਦੇ ਲਈ ਵੀ ਉਹੀ ਆਨਸਰ ਲਿਖ ਲੈਣਾ, ਏ ਇਜ਼ ਨਾਟ ਕੌਨਗਰੈਂਟ ਟੂ ਬੀ। ਏ ਇਜ਼ ਨਾਟ ਕੌਨਗਰੈਂਟ ਟੂ ਬੀ। ਠੀਕ ਹੈ। ਸੌਰੀ ਏ ਨਹੀਂ ਲਿਖਣਾ, ਇਹਦੇ ਲਈ ਏ ਬੀ ਲਿਖਣਾ, ਕਿਉਂਕਿ ਏ ਬੀ ਆ, ਏ ਬੀ ਇਜ਼ ਨਾਟ ਕੌਨਗਰੈਂਟ ਟੂ ਸੀ ਡੀ। ਠੀਕ ਹੈ। ਏ ਬੀ ਲਾਈਨ ਅਤੇ ਸੀ ਡੀ ਲਾਈਨ ਜਿਹੜੀ ਕੌਨਗਰੈਂਟ ਨਹੀਂ। ਸੈਕਿੰਡ ਸਮ ਦੇ ਵਿੱਚ ਦੇਖੋ, ਇਹਦੇ ਵਿੱਚ ਜਿਹੜੇ ਐਂਗਲ ਆ 2 ਆਪਾਂ ਨੂੰ ਦਿੱਤੇ ਹੋਏ ਆ 30 ਡਿਗਰੀ ਦੇ, ਦੋਨੇ ਹੀ ਦੇਖੋ ਇੱਕ ਹੈਗਾ ਏ ਬੀ ਸੀ ਐਂਗਲ 30 ਡਿਗਰੀ ਦਾ, ਦੂਸਰਾ ਹੈਗਾ ਡੀ ਈ ਐਫ, ਇਹ ਵੀ 30 ਡਿਗਰੀ ਦਾ। ਸੋ ਇਹ ਦੋਨੇ ਕੀ ਆਪਸ ਦੇ ਵਿੱਚ ਬਰਾਬਰ ਆ। ਸੋ ਤੁਸੀਂ ਇਹਦੇ ਲਈ ਕੀ ਲਿਖਣਾ ਆ, ਇਹਦੇ ਲਈ ਤੁਸੀਂ ਇਹ ਲਾਈਨ ਲਿਖ ਲੈਣੀ ਆ ਕਿ ਏ ਬੀ ਸੀ ਜਿਹੜੀ ਆ ਉਹੀ ਵਾਲੀ ਲਾਈਨ ਜੋ ਤੁਹਾਨੂੰ ਮੈਂ ਫਸਟ ਪਾਰਟ ਦੇ ਵਿੱਚ ਲਿਖਾਈ ਸੀਗੀ। ਏ ਬੀ ਸੀ ਕੀ ਆ ਕੌਨਗਰੈਂਟ ਆ ਡੀ ਈ ਐਫ ਦੇ। ਸੋ ਕਵਰ ਕਰ ਰਹੀ ਹੈ ਡੀ ਈ ਐਫ ਨੂੰ ਪੂਰੀ ਤਰ੍ਹਾਂ ਕੰਪਲੀਟਲੀ ਔਰ ਐਗਜ਼ੈਕਟਲੀ, ਮਤਲਬ ਦੋਨਾਂ ਦੀ ਸਾਈਜ਼ ਔਰ ਸ਼ੇਪ ਕੀ ਆ ਸੇਮ ਆ। ਠੀਕ ਹੈ। ਇਸੇ ਤਰ੍ਹਾਂ ਥਰਡ ਸਮ ਦੇ ਵਿੱਚ ਦੇਖੋ, ਥਰਡ ਸਮ ਦੇ ਵਿੱਚ ਵੀ ਆਪਣੇ ਕੋਲ ਜਿਹੜੀ ਸ਼ੇਪ ਆ ਉਹ ਦੋਨੇ ਸੇਮ ਆ। ਇਹਦਾ ਨੇਮ ਕੀ ਆ ਫਿਗਰ ਦਾ ਏ ਬੀ ਸੀ ਡੀ ਔਰ ਇਹਦਾ ਨੇਮ ਕੀ ਆ ਪੀ ਕਿਊ ਆਰ ਐਸ। ਸੋ ਤੁਸੀਂ ਇਹਦੇ ਲਈ ਵੀ ਇਹੀ ਲਾਈਨ ਲਿਖ ਲੈਣੀ ਆ। ਤੁਸੀਂ ਜਿਹੜਾ ਇੱਥੇ ਨੇਮ ਦਿੱਤੇ ਹੋਏ ਏ ਬੀ ਸੀ ਉਹਦੀ ਥਾਂ ਤੇ ਤੁਸੀਂ ਏ ਬੀ ਸੀ ਡੀ ਲਿਖ ਲੈਣਾ ਔਰ ਜਿੱਥੇ ਡੀ ਈ ਐਫ ਲਿਖਿਆ ਹੋਇਆ ਉੱਥੇ ਤੁਸੀਂ ਪੀ ਕਿਊ ਆਰ ਐਸ ਲਿਖ ਲੈਣਾ। ਠੀਕ ਹੈ। ਬਸ ਸੇਮ 2 ਲਾਈਨਾਂ ਦੇ ਵਿੱਚ ਆਨਸਰ। ਨੈਕਸਟ ਜਿਹੜਾ 6 ਸਮ ਹੈ, ਇਹਦੇ ਵਿੱਚ ਵੀ ਇਹਨੂੰ ਏ ਨਾਮ ਦਿੱਤਾ ਹੋਇਆ ਡਾਇਗਰਾਮ ਨੂੰ, ਇਹਨੂੰ ਬੀ ਦਿੱਤਾ ਹੋਇਆ। ਸੇਮ ਉਹੀ ਵਾਲੀ ਲਾਈਨ ਲਿਖਣੀ ਹੈ ਏ ਕੌਨਗਰੈਂਟ ਟੂ ਬੀ ਐਜ਼ ਕਵਰ ਬੀ ਕੰਪਲੀਟਲੀ ਐਂਡ ਐਗਜ਼ੈਕਟਲੀ। ਠੀਕ ਹੈ। ਸੌਖੇ ਆ ਸਮ। ਉਸ ਤੋਂ ਬਾਅਦ ਨੈਕਸਟ 5th ਸਮ। 5th ਸਮ ਦੇ ਵਿੱਚ ਆਪਣੇ ਕੋਲ ਇੱਕ ਏ ਬੀ ਸੀ ਡੀ ਦਿੱਤਾ ਹੋਇਆ ਹੈ, ਇੱਕ ਦਿੱਤੀ ਹੋਈ ਹੈ ਪੀ ਕਿਊ ਆਰ ਐਸ। ਦੋਨੇ ਫਿਗਰ ਕੀ ਆ ਆਪਸ ਦੇ ਵਿੱਚ ਸੇਮ ਨਹੀਂ ਹੈਗੀਆਂ, ਕੌਨਗਰੈਂਟ ਨਹੀਂ ਹੈਗੀਆਂ। ਸੋ ਇਹਨੂੰ ਤੁਸੀਂ ਲਿਖ ਲੈਣਾ ਏ ਬੀ ਸੀ ਡੀ ਇਜ਼ ਨਾਟ ਕੌਨਗਰੈਂਟ ਟੂ ਪੀ ਕਿਊ ਆਰ ਐਸ। ਠੀਕ ਹੈ। ਇਸੇ ਤਰ੍ਹਾਂ ਨੈਕਸਟ ਪਾਰਟ ਏ ਬੀ ਸੀ ਜਿਹੜੀ ਆ ਪੂਰੀ ਤਰ੍ਹਾਂ ਕੌਨਗਰੈਂਟ ਆ ਪੀ ਕਿਊ ਆਰ ਦੇ, ਕਿਉਂਕਿ ਦੋਨਾਂ ਦੀ ਸਾਈਜ਼ ਅਤੇ ਸ਼ੇਪ ਕੀ ਆ ਸੇਮ ਆ। ਸੋ ਤੁਸੀਂ ਇਹਦੇ ਲਈ ਲਿਖ ਲੈਣਾ ਹੈ ਕਿ ਏ ਬੀ ਸੀ ਇਜ਼ ਕੌਨਗਰੈਂਟ ਟੂ ਬੀ ਏ ਪੀ ਕਿਊ ਆਰ ਐਜ਼ ਕਵਰ ਪੀ ਕਿਊ ਆਰ ਕੰਪਲੀਟਲੀ ਐਂਡ ਐਗਜ਼ੈਕਟਲੀ। ਠੀਕ ਹੈ। ਸੋ ਨੈਕਸਟ ਅਸੀਂ ਬਲੈਂਕਸ ਕਰਾਂਗੇ। ਜੇ ਕਿਸੇ ਬੱਚੇ ਨੂੰ ਫਿਰ ਵੀ ਨਹੀਂ ਪਤਾ ਲੱਗਾ ਦੈਨ ਮੈਨੂੰ ਦੱਸ ਦੇਣਾ ਹੈ। ਠੀਕ ਹੈ। ਹਾਂਜੀ, ਪਹਿਲੀ ਬਲੈਂਕਸ ਦੇਖੋ, ਫਿਲ ਇਨ ਬਲੈਂਕਸ ਹੈਜ਼ ਮੇਕ ਅ ਟਰੂ ਔਰ ਸਟੇਟਮੈਂਟਸ। ਦੇਖੋ ਫਸਟ ਦੇ ਵਿੱਚ 2 ਐਂਗਲਸ ਆਰ ਕੌਨਗਰੈਂਟ। 2 ਐਂਗਲਸ ਕੌਨਗਰੈਂਟ ਕਦੋਂ ਹੋਣਗੇ, ਜਦੋਂ ਆਪਾਂ ਇਫ ਦੇ ਹੈਵ ਸੇਮ ਮਈਅਰ, ਜੇ ਉਹਨਾਂ ਨੂੰ ਆਪਾਂ ਸੇਮ ਮਈਅਰ ਕਰਾਂਗੇ। ਜਿੱਦਾਂ ਫੋਰ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਇੱਕ ਸਮਝਾਉਣੀ ਆ। ਫੋਰ ਐਗਜ਼ਾਮਪਲ ਦੇਖੋ, ਜਿਸ ਤਰ੍ਹਾਂ ਕਿ ਇਹ ਮੈਂ ਇੱਕ ਐਂਗਲ ਬਣਾਇਆ 30 ਡਿਗਰੀ ਦਾ, ਦੂਸਰਾ ਇੱਕ ਐਂਗਲ ਹੋਰ ਬਣਾਇਆ ਉਹ ਵੀ 30 ਡਿਗਰੀ ਦਾ। ਠੀਕ ਹੈ। ਸੋ ਇਹ ਕੀ ਆ ਆਪਸ ਦੇ ਵਿੱਚ ਇਹਨਾਂ ਦੀ ਮਈਅਰਮੈਂਟ ਕੀ ਆ ਸੇਮ ਆ, ਤਾਂ ਹੀ ਇਹ ਐਂਗਲ ਕੀ ਹੋਣਗੇ ਸੇਮ ਹੋਣਗੇ। ਸੋ ਆਪਾਂ ਇੱਥੇ ਆਨਸਰ ਲਿਖ ਲੈਣਾ ਹੈ 2 ਐਂਗਲਸ ਆਰ ਕੌਨਗਰੈਂਟਸ ਇਫ ਦੇ ਹੈਵ ਸੇਮ ਮਈਅਰ। ਠੀਕ ਹੈ। ਸੈਕਿੰਡ ਦੇਖੋ 2 ਰੈਕਟੈਂਗਲਸ ਆਰ ਕੌਨਗਰੈਂਟਸ ਇਫ ਦੇ ਹੈਵ ਸੇਮ ਲੈਂਥ ਐਂਡ ਬ੍ਰੈਥ। ਇੱਕ ਰੈਕਟੈਂਗਲ ਆ, ਰੈਕਟੈਂਗਲ ਕਦੋਂ ਸੇਮ ਹੋਣਗੀਆਂ ਦੋਨੇ, ਜਦੋਂ ਉਹਨਾਂ ਦੀ ਲੈਂਥ ਜਿਹੜੀ ਆ, ਜੇਕਰ ਫੋਰ ਐਗਜ਼ਾਮਪਲ ਇਹਦੀ ਲੈਂਥ ਮੈਂ 10 ਲਈ ਆ, ਇਹਦੀ ਲੈਂਥ ਵੀ ਮੈਨੂੰ 10 ਲੈਣੀ ਪੈਣੀ ਹੈ। ਸੌਰੀ ਲੈਂਥ ਇਹ ਹੁੰਦੀ ਹੈ, ਲੈਂਥ 10 ਲਈ ਆ, ਇਹਦੀ ਲੈਂਥ ਵੀ ਮੈਨੂੰ 10 ਲੈਣੀ ਪਈ ਆ। ਜੇ ਇਹਦੀ ਬਿੱਥ 5 ਆ ਦੈਨ ਇਹਦੀ ਬਿੱਥ ਵੀ ਮੈਨੂੰ 5 ਲੈਣੀ ਪੈਣੀ ਹੈ। ਠੀਕ ਹੈ। ਠੀਕ ਕਲੀਅਰ। ਸੋ ਲੈਂਥ ਔਰ ਬ੍ਰੈਥ ਜਿਹੜੀ ਆ ਰੈਕਟੈਂਗਲ ਦੀ ਸੇਮ ਹੋਊਗੀ ਦੈਨ ਤਾਂ ਹੀ ਉਹ ਕੀ ਹੋਣਗੀਆਂ ਕੌਨਗਰੈਂਟ। ਜਿੱਦਾਂ ਥਰਡ ਦੇ ਵਿੱਚ 2 ਲਾਈਨ ਸੈਗਮੈਂਟਸ ਆਰ, 2 ਲਾਈਨਾਂ ਆ, ਇੱਕ ਏ ਬੀ ਲਾਈਨ ਆ, ਇੱਕ ਸੀ ਡੀ ਲਾਈਨ ਆ। ਇੱਕ ਏ ਬੀ ਇੱਕ ਸੀ ਡੀ ਲਾਈਨ ਆ, ਇਹ ਜੇ 2 ਸੈਂਟੀਮੀਟਰ ਦੀ ਆ, ਇਹ ਵੀ 2 ਸੈਂਟੀਮੀਟਰ ਦੀ ਆ। ਜੇ ਇਹ ਦੋਨੇ ਬਰਾਬਰ ਹੋਣਗੀਆਂ ਤਾਂ ਹੀ ਕੌਨਗਰੈਂਟ ਹੋ ਗਿਆ। ਸੋ ਸੇਮ ਲੈਂਥ ਹੋਊਗੀ ਤਾਂ ਹੀ ਇਹ ਕੀ ਹੋਣਗੀਆਂ ਲਾਈਨ ਕੌਨਗਰੈਂਟ ਹੋਣਗੀਆਂ। ਇਸੇ ਤਰ੍ਹਾਂ ਜੇ ਸਰਕਲ ਆ, ਸਰਕਲ ਦੇ ਵਿੱਚ ਜਿੱਦਾਂ ਐਗਜ਼ਾਮਪਲ ਕੀਤੀ ਸੀ ਆਪਾਂ ਇਹ ਵਾਲੀ, ਦੇਖੋ ਇਹਦਾ ਸਰਕਲ ਦਾ ਜਿਹੜਾ ਰੇਡੀਅਸ ਆ ਉਹ ਸੇਮ ਆ, ਇਹਦਾ ਵੀ 2 ਸੈਂਟੀਮੀਟਰ ਹੈ, ਇਹਦਾ 2 ਸੈਂਟੀਮੀਟਰ ਆ। ਰੇਡੀਅਸ ਸੇਮ ਹੋਣ ਦੇ ਕਾਰਨ ਹੀ ਸਰਕਲ ਕੀ ਆ ਕੌਨਗਰੈਂਟ ਆ ਆਪਸ 'ਚ। ਠੀਕ ਹੈ। ਸੋ 2 ਸਰਕਲਸ ਆਰ ਕੌਨਗਰੈਂਟਸ ਇਫ ਦੇ ਹੈਵ ਸੇਮ ਰੇਡੀਅਸ। ਨੈਕਸਟ 2 ਸਕੁਅਰਸ, 2 ਸਕੁਅਰ ਦਿੱਤੇ ਹੋਏ ਆ, 2 ਸਕੁਅਰ ਆ। ਠੀਕ ਹੈ। ਇਹ ਦੋਨੇ ਆਪਸ 'ਚ ਕੌਨਗਰੈਂਟ ਕਦੋਂ ਹੋਣਗੇ, ਜਦੋਂ ਇਹਨਾਂ ਦੀਆਂ ਸਾਈਡਾਂ, ਜਿੱਦਾਂ ਫੋਰ ਐਗਜ਼ਾਮਪਲ ਇਹਦੀ ਸਾਈਡ 444 ਆ। ਠੀਕ ਹੈ। ਔਰ ਇਹਦੀ ਸਾਈਡ ਵੀ 444 ਆ। ਠੀਕ ਹੈ। ਸਾਈਡਾਂ ਸੇਮ ਹੋਣਗੀਆਂ ਤਾਂ ਹੀ ਇਹਨਾਂ ਦੇ ਜਿਹੜੀ ਸ਼ੇਪ ਆ ਉਹ ਸੇਮ ਹੋਊਗੀ, ਸਾਈਜ਼ ਜਿਹੜਾ ਉਹ ਸੇਮ ਹੋਊਗਾ। ਠੀਕ ਹੈ। ਸੋ ਇਹਦੇ ਨਾਲ
ਇਹਦੇ ਨਾਲ ਆਪਣੀ ਐਕਸਰਸਾਈਜ਼ ਜਿਹੜੀ ਆ ਉਹ 9.1 ਜਿਹੜੀ ਆ ਫਿਨਿਸ਼ ਹੋ ਗਈ ਆ। ਸੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਣੀ ਨੋਟਬੁੱਕ 'ਤੇ ਨੀਟ ਐਂਡ ਕਲੀਨ ਉਤਾਰ ਲੈਣਾ। ਜੇ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ, ਕਿਸੇ ਵੀ ਸਮ ਦੇ ਵਿੱਚ ਨਹੀਂ ਪਤਾ ਚੱਲਿਆ, ਦੈਨ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਹੈ, ਠੀਕ ਹੈ। ਔਰ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ। ਐਂਡ ਫੀਸ ਦਾ ਜ਼ਰੂਰ ਯਾਦ ਰੱਖਣਾ ਹੈ ਕਿ ਡਿਪੋਜ਼ਿਟ ਕਰਵਾਉਣੀ ਹੈ ਸਕੂਲ ਜਲਦੀ ਤੋਂ ਜਲਦੀ। ਓਕੇ, ਥੈਂਕ ਯੂ ਸਟੂਡੈਂਟਸ, ਹੈਵ ਅ ਨਾਈਸ ਡੇ।